ਕਿਸਾਨ ਸੰਘਰਸ਼ ਬਾਰੇ ਗੱਲਬਾਤ ਕਰਨ ਲਈ ਤੁਹਾਡੇ ਨਾਲ ਜੁੜੇ ਹਾਂ। ਇਸ ਵੇਲੇ ਜੰਮੂ ਤੋਂ ਸੋਸ਼ਲ ਐਕਟਿਵਿਸਟ ਅਤੇ ਸਾਬਕਾ ਸਰਪੰਚ ਬੀਬੀ ਗੁਰਮੀਤ ਕੌਰ ਸਾਡੇ ਨਾਲ ਹਾਜ਼ਰ ਹੈ। ਸਭ ਤੋਂ ਪਹਿਲਾਂ ਸਾਂਝੇ ਰੂਪ 'ਤੇ ਫਤਿਹ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ, ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਅਤੇ ਜਿਹੜੀ ਜੰਮੂ ਦੇ ਇੱਥੋਂ ਲੀਡਰਸ਼ਿਪ ਦੀ ਗੱਲ ਹੋਵੇ ਜਾਂ ਲੋਕਾਂ ਦੀ ਗੱਲ ਹੋਵੇ, ਅਤੇ ਪਿਛਲੇ ਸਮੇਂ ਦੌਰਾਨ ਕਿਸ ਤਰ੍ਹਾਂ ਦਾ ਰੋਲ ਇੱਥੇ ਲੋਕਾਂ ਨੇ ਨਿਭਾਇਆ, ਕੀ ਐਕਟੀਵਿਟੀਜ਼ ਰਹੀਆਂ? ਦੇਖੋ, ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਹ ਪੂਰੇ ਵਰਲਡ ਵਿੱਚ ਚੱਲ ਰਿਹਾ ਹੈ, ਜਿਸ ਤਰ੍ਹਾਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ। ਔਰ ਪਰਸਨਲੀ ਮੇਰਾ ਇਹ ਵਿਊ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਅੰਦੋਲਨ 'ਚ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਇਹ ਪਰਸਨਲ ਕਿਸੇ ਦਾ ਇੰਡੀਵਿਜੂਅਲ ਦਾ ਨਹੀਂ ਹੈ। ਇਹ ਸਾਡੇ ਹੱਕਾਂ ਦੀ ਲੜਾਈ ਹੈ। ਆਉਣ ਵਾਲੀ ਪੀੜ੍ਹੀਆਂ ਨੂੰ ਇਹਦਾ ਬਹੁਤ ਨੁਕਸਾਨ ਹੋ ਸਕਦਾ ਹੈ ਅਗਰ ਸਾਡੀ ਸਰਕਾਰ ਇਸ ਬਿੱਲ ਨੂੰ ਜ਼ਬਰਨ ਸਾਡੇ 'ਤੇ ਥੋਪੇਗੀ, ਅਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਔਰ ਇਹ ਜਿਹੜੀ ਗੱਲ ਤੁਸੀਂ ਪੁੱਛੀ ਹੈ ਕਿ ਜੰਮੂ ਕਸ਼ਮੀਰ ਦੀ ਸੰਗਤ ਵੀ ਪੂਰਾ ਸਹਿਯੋਗ ਦੇ ਰਹੀ ਹੈ। ਔਰ ਜਿਸ ਤਰ੍ਹਾਂ ਮਹਿੰਦਰ ਸਿੰਘ ਖਾਲਸਾ ਜੀ ਨੇ, ਉਹਨਾਂ ਨੇ ਬਹੁਤ ਵੱਡਾ ਇੱਕ ਇਨੀਸ਼ੀਏਟਿਵ ਲਿਆ, ਕਿਉਂਕਿ ਸਾਰੇ ਹੀ ਇਹ ਉਪਰਾਲਾ ਨਹੀਂ ਕਰ ਸਕਦੇ ਆਪਣੀ ਕੌਮ ਵਾਸਤੇ ਜਾਂ ਸੁਸਾਇਟੀ ਵਾਸਤੇ। ਉਹ ਅੱਗੇ ਆਏ ਨੇ, ਬਟ ਕਿਧਰੇ ਨਾ ਕਿਧਰੇ ਜਿਹੜੀਆਂ ਸਰਕਾਰਾਂ ਨੇ, ਉਹ ਜੋ ਇਨਸਾਨ ਵੀ ਆਪਣੀ ਆਵਾਜ਼ ਨੂੰ ਬੁਲੰਦ ਕਰਦਾ ਹੈ ਅਤੇ ਉਹਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ। ਜੀ, ਗ੍ਰਿਫਤਾਰੀ ਹੋਈ, ਤੁਸੀਂ ਸਰਦਾਰ ਮਹਿੰਦਰ ਸਿੰਘ ਖਾਲਸਾ ਦਾ ਨਾਮ ਲਿਆ। ਸਿੱਖ ਪ੍ਰਚਾਰਕ ਨੇ ਬੜਾ ਰਸ ਭਿੰਨਾ ਕੀਰਤਨ ਕਰਦੇ ਆ। ਉਹ ਇੱਕ ਨੌਜਵਾਨ ਬੱਚੇ ਨੂੰ ਵੀ ਨਾਲ ਗ੍ਰਿਫਤਾਰ ਕੀਤਾ ਗਿਆ, ਸ਼ਾਇਦ ਮਨਦੀਪ ਸਿੰਘ ਨਾਮ ਉਹਨਾਂ ਦਾ ਜੀ, 23 ਸਾਲ ਦਾ ਜਵਾਨ ਆ। ਇਸ ਪੁਲਿਸ ਤੇ ਦਿੱਲੀ ਪੁਲਿਸ ਦਾ ਜਿਹੜਾ ਐਕਸ਼ਨ ਆ ਕਿ ਉਹਨਾਂ ਨੂੰ ਬੁਲਾਇਆ ਜਾਂਦਾ, ਮਹਿੰਦਰ ਸਿੰਘ ਇੱਕ ਪ੍ਰੋਮੀਨੈਂਟ ਸਿੱਖ ਨੇ, ਉਹਨਾਂ ਨੂੰ ਪੁਲਿਸ ਬੁਲਾ ਕੇ ਸਿੱਧਾ ਦਿੱਲੀ ਲੈ ਜਾਂਦੀ ਆ, ਘਰ ਦੇ ਉਹਨਾਂ ਦੇ ਪਰੇਸ਼ਾਨ ਹੁੰਦੇ ਆ। ਇਸ ਐਕਟ ਬਾਰੇ ਤੁਹਾਡਾ ਕੀ ਕਹਿਣਾ ਕਿ ਜਿਹੜਾ ਉਹਨਾਂ 'ਤੇ ਕੇਸ ਦਾਇਰ ਕਰ ਦਿੱਤਾ ਗਿਆ, ਕਿਉਂਕਿ ਉਹ ਇੱਕ ਬੜੇ ਜ਼ਿੰਮੇਵਾਰ ਬੰਦੇ ਨੇ, ਉਹਨਾਂ ਨੂੰ ਇਸ ਤਰੀਕੇ ਜੋੜਿਆ ਗਿਆ ਕਿ ਲਾਲ ਕਿਲ੍ਹੇ 'ਤੇ ਕੋਈ ਕਥਿਤ ਹਿੰਸਾ ਦੇ ਨਾਲ, ਅਤੇ ਇਸ ਕੇਸ ਬਾਰੇ ਤੁਹਾਡਾ ਕੀ ਕਹਿਣਾ ਜਿਹੜਾ ਸਰਦਾਰ ਮਹਿੰਦਰ ਸਿੰਘ ਖਾਲਸਾ 'ਤੇ ਪਿਆ ਹੋਇਆ? ਜੀ, ਜੋ ਮਹਿੰਦਰ ਸਿੰਘ ਖਾਲਸਾ ਜੀ ਦੇ ਬਾਰੇ ਅਤੇ ਉਹ ਜਿਹੜਾ ਬੱਚਾ ਹੈਗਾ ਇੱਕ ਮਨਦੀਪ, ਉਹਨਾਂ ਦੇ ਬਾਰੇ ਜਿਹੜਾ ਕੇਸ ਇਹਨਾਂ ਨੇ ਰੱਖਿਆ ਹੈ, ਮੈਨੂੰ ਨਹੀਂ ਲੱਗਦਾ ਕਿ ਮਹਿੰਦਰ ਸਿੰਘ ਖਾਲਸਾ ਜੀ ਨੇ ਕੋਈ ਇੰਨਾ ਵੱਡਾ ਓਫੈਂਸ ਜਾਂ ਕ੍ਰਾਈਮ ਕੀਤਾ ਹੈ। ਔਰ ਨਾ ਹੀ ਉਹ ਪਰਸਨਲੀ ਇੰਡੀਵਿਜੂਅਲੀ ਕੋਈ ਲੜਾਈ ਲੜ ਰਹੇ ਸੀ ਜਾਂ ਕੁਝ ਪੈਨਿਕ ਕ੍ਰੀਏਟ ਕਰ ਰਹੇ ਸੀ। ਉਹ ਤਾਂ ਸਾਡੇ ਕਿਸਾਨਾਂ ਲਈ, ਸਾਡੇ ਆਵਾਮ ਲਈ ਜਿਹੜੀ ਹੱਕ ਦੀ ਲੜਾਈ ਹੈ ਉਹ ਲੜ ਰਹੇ ਸੀ। ਔਰ ਉਹਨਾਂ ਨੇ ਐਸਾ ਕੋਈ ਕ੍ਰਾਈਮ ਨਹੀਂ ਕੀਤਾ। ਜਿਸ ਤਰ੍ਹਾਂ ਦਿੱਲੀ ਤੋਂ ਕਾਲ ਆਉਂਦੀ ਸੀ, ਲਾਈਕ ਇੱਕ ਦਿਨ ਚੱਕਾ ਜਾਮ ਸੀ, ਇੱਕ ਰੇਲਵੇ ਟਰੈਕ ਫਾਟਕ, ਜਦੋਂ ਉਹਨਾਂ ਨੇ ਕਿਹਾ ਸੀ ਰੇਲ ਰੋਕੋ ਅੰਦੋਲਨ, ਉਹਦੇ ਵਿੱਚ ਜਿਹੜੀ ਆਪਣੀ ਸ਼ਮੂਲੀਅਤ ਦਿੱਤੀ, ਤੇ ਉਹ ਕੋਈ ਗਲਤ ਤੇ ਨਹੀਂ ਕਰ ਰਹੇ ਸਨ, ਉਹ ਇਨਸਾਫ ਦੀ ਲੜਾਈ ਲੜ ਰਹੇ ਸਨ। ਔਰ ਜਿਹੜੇ 10 ਲੱਖ ਤੋਂ ਵੀ ਉੱਪਰ ਜਿਹੜੇ 6 ਮਹੀਨੇ ਹੋ ਗਏ ਸਿੰਘੂ ਬਾਰਡਰ ਤੇ ਲੋਕ ਬੈਠੇ ਨੇ, ਉਹਨਾਂ ਦੀ ਆਵਾਜ਼ ਬਣ ਰਹੇ ਸੀ। ਤੇ ਇੱਦਾਂ ਦਾ ਤਾਂ ਕੁਝ ਉਹਨਾਂ ਨੇ ਕੀਤਾ ਨਹੀਂ, ਜਾਂ ਤਾਂ ਹੋਏ ਨਾ ਕੋਈ ਉਹਨਾਂ ਨੇ ਕ੍ਰਿਮੀਨਲ ਐਕਟੀਵਿਟੀ ਕ੍ਰੀਏਟ ਕੀਤੀ ਹੋਈ, ਕਿਸੇ ਨੂੰ ਡਿਸਟਰਬ ਕੀਤਾ ਹੋਇਆ ਹੋਏ ਜਾਂ ਕਿਸੇ ਨੂੰ ਮਾਰਿਆ ਹੋਏ, ਤੇ ਫਿਰ ਇਨਸਾਨ ਕਹਿੰਦਾ ਹੈ ਹਾਂ ਜੀ ਇਸ ਬੰਦੇ ਨੇ ਸੁਸਾਇਟੀ ਵਿੱਚ ਪੈਨਿਕਨੈਸ ਕ੍ਰੀਏਟ ਕੀਤੀ ਹੈ ਜਾਂ ਮਾਹੌਲ ਡਿਸਟਰਬ ਕੀਤਾ। ਐਸ ਸੱਚ ਐਕਟੀਵਿਟੀ ਉਹਨਾਂ ਨੇ ਕੋਈ ਨਹੀਂ ਕੀਤੀ। ਉਹਨਾਂ ਨੇ ਇਨਸਾਫ ਦੀ ਲੜਾਈ ਲੜੀ, ਔਰ ਇੱਥੇ ਦੇ ਲੋਕਾਂ ਨੂੰ ਜਾਂ ਬਾਹਰ ਦੇ ਲੋਕਾਂ ਨੂੰ ਜਿਹੜੇ ਅਵੇਅਰ ਨਹੀਂ ਸੀ, ਉਹਨਾਂ ਨੂੰ ਵੀ ਅਵੇਅਰ ਕੀਤਾ ਅਤੇ ਨਾਲ ਜੋੜਿਆ ਸਾਰਿਆਂ ਨੂੰ। ਅਤੇ ਉਹਨਾਂ ਦਾ ਇੱਕ ਬਹੁਤ ਵੱਡਾ ਔਰ ਅੱਛਾ ਇਨੀਸ਼ੀਏਟਿਵ ਸੀ। ਈਵਨ ਕਿ ਸਾਨੂੰ ਇਸ ਚੀਜ਼ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਬਟ ਕਿਧਰੇ ਨਾ ਕਿਧਰੇ ਜਿਹੜੀ ਦਿੱਲੀ ਪੁਲਿਸ ਨੇ, ਉਹਨਾਂ ਕੋਲ ਕੋਈ ਐਵੀਡੈਂਸ ਹਜੇ ਪ੍ਰੂਵ ਨਹੀਂ ਹੋਇਆ, ਜੋ ਅੱਜ ਸੋਰਸਿਸ ਕਹਿ ਰਹੇ ਸੀ, ਕੋਈ ਅਥੈਂਟਿਕ ਉਹਨਾਂ ਕੋਲ ਉਹ ਚੀਜ਼ ਪ੍ਰੂਵ ਨਹੀਂ ਹੋਈ। ਉਹ ਜਸਟ ਇੱਕ ਮਤਲਬ ਉੱਥੋਂ ਆਏ ਔਰ ਜੰਮੂ ਤੋਂ ਲੈ ਕੇ ਚਲੇ ਗਏ। ਸਰਾਸਰ ਇੱਕ ਡਿਕਟੇਟਰਸ਼ਿਪ ਲੱਗਦੀ ਹੈ ਸਰਕਾਰਾਂ ਦੀ, ਐਡਮਿਨਿਸਟ੍ਰੇਸ਼ਨ ਦੀ। ਦੇਖੋ, ਐਡਮਿਨਿਸਟ੍ਰੇਸ਼ਨ ਨੇ ਤੇ ਫੋਲੋ ਕਰਨਾ ਹੀ ਹੈਗਾ ਕਿ ਜੋ ਸਰਕਾਰਾਂ ਕਹਿ ਰਹੀਆਂ ਉਹ ਤੇ ਉਸ ਚੀਜ਼ ਨੂੰ ਕੈਰੀ ਔਨ ਕਰਨਗੀਆਂ। ਬਟ ਜਦੋਂ ਤੱਕ ਕਿਸੇ ਚੀਜ਼ ਦਾ ਪ੍ਰੂਵ ਨਾ ਹੋਏ, ਇੰਨੀ ਹੈਰਾਸਮੈਂਟ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਦਿੱਲੀ ਤੋਂ ਪੁਲਿਸ ਭੇਜੀ, ਜੰਮੂ ਪੁਲਿਸ ਨੇ ਉਹਨਾਂ ਨਾਲ ਕੋਆਪਰੇਟ ਕੀਤਾ। ਅਸੀਂ ਇਹ ਨਹੀਂ ਕਹਿੰਦੇ ਕਿ ਜੰਮੂ ਪੁਲਿਸ ਨੇ ਗਲਤ ਕੀਤਾ, ਉਹ ਵੀ ਉਹਨਾਂ ਦੇ ਰੂਲਸ ਜਾਂ ਜੋ ਵੀ ਅਕੋਰਡਿੰਗਲੀ ਆ ਰਿਹਾ ਸੀ ਉਹਨੂੰ ਫੋਲੋ ਕਰ ਰਹੇ ਸੀ। ਬਟ ਸਾਡੇ ਜੰਮੂ ਕਸ਼ਮੀਰ ਪੁਲਿਸ ਦੀ ਇਹ ਗਲਤੀ ਹੈ, ਇਹ ਫੇਲੀਅਰ ਆ। ਪਹਿਲੇ ਉਹ ਫੈਮਿਲੀ ਨੂੰ ਇਨਫੋਰਮ ਕਰਦੇ, ਇੰਟੀਮੇਟ ਕਰਦੇ, ਫਿਰ ਜਿਹੜੇ ਵੀ ਸਟੈਪ ਅੱਗੋਂ ਉਠਾਣੇ ਸਨ ਤੇ ਉਹ ਚੁੱਕ ਸਕਦੇ ਸਨ। ਬਟ ਕਿਧਰੇ ਨਾ ਕਿਧਰੇ ਇਹ ਸਰਾਸਰ ਇੱਕ ਡਿਕਟੇਟਰਸ਼ਿਪ ਹੈ। ਜੋ ਇਨਸਾਨ ਵੀ ਆਵਾਜ਼ ਨੂੰ ਬੁਲੰਦ ਕਰਦਾ ਹੈ ਹੱਕਾਂ ਲਈ, ਉਹਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ। ਗੱਲ ਹੈ 3 ਕਾਨੂੰਨਾਂ ਦੀ। ਹਾਂਜੀ, ਕਿ ਸਰਕਾਰ ਨੇ ਕਾਰਪੋਰੇਟ ਜਗਤ ਨੂੰ ਫਾਇਦਾ ਦੇਣਾ। ਜੀ, ਜਿਹੜੇ ਕਿਸਾਨ ਆਗੂ ਨੇ ਵਾਰ-ਵਾਰ ਕਹਿ ਰਿਹਾ ਜਾਂ ਲੋਕ ਵੀ ਕਹਿ ਰਿਹਾ ਕਿ ਸਾਡੀ ਹੋਂਦ ਦੀ ਗੱਲ ਆ, ਸਾਡੀਆਂ ਜ਼ਮੀਨਾਂ ਜਿਹੜੀਆਂ ਇਹ ਅਦਾਰੇ ਖੋਹਣੀਆਂ ਚਾਹੁੰਦੇ ਆ, ਅਤੇ ਜਿਹੜੀ ਇਹ ਗ੍ਰਿਫਤਾਰੀ ਦੇ ਨਾਲ ਇੱਕ ਤਰ੍ਹਾਂ ਦਾ ਭੌ ਸਿਰਜਿਆ ਜਾਂਦਾ, ਡਰ ਪੈਦਾ ਕੀਤਾ ਜਾਂਦਾ ਕਿ ਆਮ ਲੋਕ ਸਪੋਰਟ ਨਾ ਕਰਨ। ਤੁਸੀਂ ਇੱਥੇ ਆਗੂ ਵਾਂਗੂ ਵਿਚਰਦੇ ਹੋ, ਅਤੇ ਤੁਹਾਨੂੰ ਇਹ ਲੱਗਦਾ ਕਿ ਲੋਕਾਂ 'ਚ ਕੋਈ ਡਰ ਸਹਿਮ ਇਸ ਤਰ੍ਹਾਂ ਪੈਦਾ ਹੋਊਗਾ? ਨਹੀਂ, ਦੇਖੋ, ਲੋਕ
ਹਜੇ ਤੱਕ ਆਪਣੀ ਆਵਾਜ਼ ਨੂੰ ਬੁਲੰਦ ਰੱਖ ਰਹੇ ਨੇ ਔਰ ਮੈਨੂੰ ਲੱਗਦਾ ਹੈ ਅੱਗੇ ਵੀ ਰੱਖਣਗੇ। ਔਰ ਜੋ ਇਹ ਮਹਿੰਦਰ ਸਿੰਘ ਖਾਲਸਾ ਜੀ ਦੀ ਗ੍ਰਿਫਤਾਰੀ ਹੋਈ ਹੈ, ਇਹਦੇ ਨਾਲ ਲੋਕ ਹੋਰ ਜੁੜੇ ਨੇ। ਇਸ ਚੀਜ਼ ਨੂੰ ਸਾਨੂੰ ਐਕਸੈਪਟ ਕਰਨਾ ਪਏਗਾ, ਲੋਕਾਂ ਵਿੱਚ ਉਹ ਚੀਜ਼ ਆ ਗਈ ਹੈ। ਔਰ ਰਹੀ ਕਿਸਾਨਾਂ ਦੀ ਹੋਣ ਦੀ ਗੱਲ ਔਰ ਜਿਹੜੇ 3 ਕਾਨੂੰਨ ਹਨ, ਦੇਖੋ ਇਹ ਕਿਧਰੇ ਨਾ ਕਿਧਰੇ ਜਿਹੜਾ ਕਾਰਪੋਰੇਟ ਸੈਕਟਰ ਹੈ ਉਹਨੂੰ ਹਾਈਡ ਕੀਤਾ ਜਾਂਦਾ ਹੈ। ਅਗਰ ਜੋ ਅੱਜ ਦਾ ਸਿਨੈਰੀਓ ਚੱਲ ਰਿਹਾ ਹੈ, ਅਗਰ ਅਸੀਂ ਉਹਦੇ ਅਕੋਰਡਿੰਗਲੀ ਗੱਲ ਕਰੀਏ, ਸਬਸਿਡੀ ਤੇ 2 ਰੁਪਏ ਕਿਲੋ ਕਣਕ ਮਿਲਦੀ ਹੈ ਤੇ 5 ਰੁਪਏ ਕਿਲੋ ਅਸੀਂ ਸਬਸਿਡੀ ਤੇ ਚਾਵਲ ਖਰੀਦ ਸਕਦੇ। ਜਦੋਂ ਇਹੀ ਕਾਰਪੋਰੇਟ ਸੈਕਟਰ ਹਾਈ ਲੈਵਲ ਤੇ ਚਲਾ ਜਾਏਗਾ ਤੇ ਫਿਰ ਗਰੀਬ ਜਨਤਾ ਜਾਂ ਗਰੀਬ ਆਵਾਮ ਜਾਂ ਸਾਡੇ ਜਿਹੇ ਲੋਕਾਂ ਵਾਸਤੇ ਤੇ ਬਹੁਤ ਮੁਸ਼ਕਿਲ ਹੋ ਜਾਏਗੀ। ਸਿਰਫ ਇੱਕ ਕਿਸਾਨ ਬਿੱਲ ਨਹੀਂ ਇਹਦੇ ਚ ਇਫੈਕਟਿਵ ਹੋਏਗਾ, ਕਿਸਾਨ ਦਾ ਜੋ ਅੰਨ ਹੈ ਜਾਂ ਇਹ ਇਫੈਕਟਿਡ ਨਹੀਂ ਹੋਏਗਾ, ਇਹਦੇ ਨਾਲ ਸਾਡੀਆਂ ਡੇਲੀ ਰੂਟੀਨ ਦੀਆਂ ਆਮ ਚੀਜ਼ਾਂ, ਸਾਡਾ ਖਾਣਾ ਪੀਣਾ, ਸਾਡਾ ਰਹਿਣ ਸਹਿਣ, ਹਰ ਚੀਜ਼ ਨੂੰ ਅਫੈਕਟ ਹੋਏਗਾ। ਜੀ ਮਤਲਬ ਸਾਰੇ ਵਰਗ ਦੇ ਨਾਲ ਜੁੜੇ ਹੋਏ ਆ, ਸਭ ਕੁਝ ਚੇਂਜ ਹੋ ਜਾਏਗਾ, ਨੁਕਸਾਨ ਹੋਏਗਾ। ਜੀ ਇੱਥੇ ਏਡੀਸੀ ਨੇ ਆਣ ਕੇ ਭਰੋਸਾ ਦਿੱਤਾ ਕਿ 2 ਦਿਨ ਦਾ ਸਮਾਂ ਦਿਓ, ਦਿਨ 5 ਲੰਘ ਗਏ ਆ ਤੇ ਤਕਰੀਬਨ 22 ਤਰੀਕ ਨੂੰ ਉਹਨਾਂ ਨੂੰ ਚੁੱਕਿਆ ਗਿਆ, ਅੱਜ 27 ਹੋ ਗਈ ਆ। ਤੇ ਫਿਰ ਅੱਗੇ ਕੀ ਤੁਹਾਡੇ ਤੱਕ ਇਨਫੋਰਮੇਸ਼ਨ ਕੀ ਆ? ਮੈਂ ਤਾਂ ਜਿੱਥੋਂ ਤੱਕ ਜਾਣਦਾ ਕਿ ਤੀਸਰੇ ਇੱਕ ਦਿਨ ਚੁੱਕੇ ਜਾਣ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਤੁਹਾਡੇ ਉਹਨਾਂ ਦੀ ਫੈਮਿਲੀ ਨਾਲ ਵੀ ਗੱਲ ਹੁੰਦੀ ਹੋਏਗੀ, ਫਿਰ ਸਾਰਾ ਕੁਝ ਕਿੱਦਾਂ ਦਾ ਸਿਨੈਰੀਓ ਚੱਲ ਰਿਹਾ? ਸਾਰੇ ਕੁਝ ਦਾ ਸਿਨੈਰੀਓ ਇਹ ਚੱਲ ਰਿਹਾ ਜੋ ਸੋਰਸਿਸ ਦੇ ਥਰੂ, ਦੇਖੋ ਅਸੀਂ ਵੀ ਜੋ ਸੁਣ ਰਹੇ ਹਾਂ ਉਹੀ, ਸਾਨੂੰ ਵੀ ਅਸ਼ੋਰੈਂਸ ਨਹੀਂ ਹੈ ਕਿ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ, ਜੋ ਸੋਰਸਿਸ ਦੇ ਥਰੂ ਪਤਾ ਚੱਲਦਾ ਹੈ। ਸੁਣਿਆ ਕਿ ਉਹਨਾਂ ਨੂੰ ਜੇਲ੍ਹ ਵਿੱਚ ਲੈ ਜਾਇਆ ਗਿਆ ਔਰ ਸਿਰਸਾ ਜੀ ਬਹੁਤ ਸਪੋਰਟ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਜਲਦ ਤੋਂ ਜਲਦ ਅਸੀਂ ਇਹਨਾਂ ਦੀ ਬੇਲ ਕਰਵਾਵਾਂਗੇ, ਜਿੱਥੋਂ ਤੱਕ ਹੋ ਸਕਦਾ ਹੈ। ਉਹ ਸਿਰਸਾ ਜੀ ਇੱਕ ਮਹਿੰਦਰ ਸਿੰਘ ਖਾਲਸਾ ਜੀ ਦੇ ਕਰਕੇ ਨਹੀਂ, ਜਿੰਨੇ ਵੀ ਉੱਥੇ ਕੇਸ ਦਰਜ ਹੋਏ ਨੇ ਉਹਨਾਂ ਸਾਰਿਆਂ ਦੀ ਸਪੋਰਟ ਕਰ ਰਹੇ, ਇੱਕ ਸੱਚਾਈ ਦੀ ਉਹ ਲੜਾਈ ਲੜ ਰਹੇ, ਲੋਕਾਂ ਲਈ ਇਨਸਾਫ ਕਰਾ ਰਹੇ। ਔਰ ਜਿਹੜੇ ਸਾਡੇ ਜੰਮੂ ਦੇ ਏਡੀਸੀ ਨੇ ਜੋ ਐਸ਼ੋਰੈਂਸ ਦਿੱਤੀ ਸੀ, ਉਹ 2 ਦਿਨ ਦੀ ਐਸ਼ੋਰੈਂਸ ਦਿੱਤੀ ਸੀ। ਹੁਣ ਸਾਨੂੰ ਲੱਗਦਾ ਹੈ ਕਿ ਇੱਕ ਅਸੀਂ ਬਾਈਕ ਰੈਲੀ ਰੱਖੀ ਹੈ ਡਿਵਕੋਮ ਦੇ ਆਫਿਸ ਤੱਕ ਔਰ ਆਪਣਾ ਪੇਪਰ ਵਰਕ ਵੀ ਅਸੀਂ ਕੰਟੀਨਿਊ ਰੱਖਣਾ ਹੈ। ਔਰ ਜਿੰਨੀ ਦੇਰ ਤੱਕ ਸਾਨੂੰ ਇਸ ਲੜਾਈ ਵਾਸਤੇ ਲੜਨਾ ਪਏਗਾ ਮਹਿੰਦਰ ਸਿੰਘ ਖਾਲਸਾ ਜੀ ਔਰ ਮਨਦੀਪ ਨੂੰ ਰਿਹਾ ਕਰਨ ਵਾਸਤੇ, ਉਹ ਅਸੀਂ ਕਰਾਂਗੇ। ਔਰ ਇਹ ਲੜਾਈ ਜਾਂ ਇਹ ਜੰਗ ਸਿਰਫ ਮਹਿੰਦਰ ਸਿੰਘ ਖਾਲਸਾ ਜਾਂ ਮਨਦੀਪ ਤੱਕ ਸੀਮਿਤ ਨਹੀਂ ਹੈ। ਜਦੋਂ ਵੀ ਕੋਈ ਅਗਰ ਗਲਤੀ, ਮੈਨੂੰ ਨਹੀਂ ਲੱਗਦਾ ਹੁਣ ਸਰਕਾਰ ਕੋਈ ਐਸੀ ਗਲਤੀ ਕਰੇਗੀ, ਕਿਉਂਕਿ ਉਹ ਇੱਕ ਗਲਤੀ ਕਰ ਚੁੱਕੀ ਹੈ, ਅੱਗੇ ਵੀ ਹੋਰ ਵੀ ਬਥੇਰੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਨੇ। ਬਟ ਸਾਡੇ ਜੰਮੂ ਵਿੱਚ ਆ ਕੇ ਹੁਣ ਹੱਥ ਪਾਣਾ ਕਿਸੇ ਨੂੰ, ਮੈਨੂੰ ਲੱਗਦਾ ਇਹ ਆਸਾਨ ਚੀਜ਼ ਨਹੀਂ ਹੈ ਔਰ ਨਾ ਹੀ ਅਸੀਂ ਜੰਮੂ ਦੀ ਜਨਤਾ ਜਾਂ ਆਵਾਮ ਇਹ ਚੀਜ਼ ਦੁਬਾਰਾ ਹੋਣ ਦੇਵਾਂਗੇ। ਮੋਟਰਸਾਈਕਲ ਮਾਰਚ ਦਾ ਤੁਸੀਂ ਕਿਹਾ ਕਿੰਨੀ ਤਰੀਕ ਨੂੰ ਨੀਅਤ ਕੀਤੀ ਗਈ ਹੈ? ਅਜੇ ਮੈਨੂੰ ਫਾਈਨਲੀ ਮੈਂ ਸ਼ੋਰ ਨਹੀਂ ਹਾਂ, ਬਟ ਮੰਡੇ ਤੱਕ ਰੱਖਿਆ ਗਿਆ ਹੈ। ਸਾਡੇ ਰਾਹੀਂ ਜੇ ਜੰਮੂ ਦੀ ਨੌਜਵਾਨੀ ਤੱਕ ਕੋਈ ਸੱਦਾ ਉਸ ਮੋਟਰਸਾਈਕਲ ਮਾਰਚ ਬਾਰੇ ਦੇਣਾ ਹੋਵੇ ਤੇ ਸਾਰਿਆਂ ਨੂੰ ਹੁਮਾ ਕੇ ਉਹਦੇ ਵਿੱਚ ਆਪਣੀ ਸ਼ਮੂਲੀਅਤ ਦੇਣੀ ਚਾਹੀਦੀ ਹੈ ਔਰ ਇੱਕ ਪੀਸਫੁਲੀ, ਕੋਈ ਮਿਸਬਿਹੇਵ ਨਹੀਂ, ਕੋਈ ਕਿਸੇ ਦਾ ਡਿਸਰਿਸਪੈਕਟ ਨਹੀਂ ਕਰਨੀ। ਜੋ ਵੀ ਅਸੀਂ ਕਰਨਾ ਹੈ ਉਹ ਪੀਸਫੁਲੀ ਕਰਨਾ ਹੈ, ਕਿਉਂਕਿ ਅਸੀਂ ਸਮਝਦਾਰ ਔਰ ਇੱਕ ਪੜ੍ਹੇ ਲਿਖੇ ਲੋਕ ਹਾਂ। ਔਰ ਸਾਨੂੰ ਦੇਖਿਏ, ਜਦੋਂ ਇਸ ਤਰ੍ਹਾਂ ਦੇ ਕੁਝ ਹੁੰਦਾ ਹੈ ਤੇ ਲੋਕਾਂ ਨੂੰ ਡਿਸਟਰਬ ਵੀ ਕੀਤਾ ਜਾਂਦਾ ਹੈ ਔਰ ਉੱਥੇ ਗਲਤ ਲੋਕ ਵੀ ਆ ਕੇ ਉਸ ਚੀਜ਼ ਨੂੰ ਡਿਸਟਰਬ ਕਰਦੇ ਨੇ। ਆਪਣੀ ਪੂਰੀ ਸਮਝਦਾਰੀ ਨਾਲ ਅਸੀਂ ਇਸ ਜੋ ਵੀ ਅਸੀਂ ਕਰਾਂਗੇ ਅੱਗੇ, ਜਾਂ ਪ੍ਰੋਟੈਸਟ ਜਾਂ ਬਾਈਕ ਰੈਲੀ, ਅਸੀਂ ਉਸ ਨੂੰ ਕਾਮਯਾਬ ਬਣਾਉਣਾ ਹੈ। ਤੁਹਾਡੀ ਗੱਲ ਦੇ ਨਾਲ ਜੁੜਦੀ ਗੱਲ ਮੈਂ ਇੱਕ ਸਾਰੇ ਆਪਣੇ ਸੁਣਨ ਵਾਲਿਆਂ ਤੱਕ ਸੁਣਾ ਦਿਆਂ। ਕਹਿੰਦੇ ਇੱਕ ਵਾਰ ਕਿਸੇ ਨਾ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਕਹਿ ਲਓ ਕਿ ਫੀਸ ਵੱਧ ਗਈ, ਜਿੱਥੇ 100 ਰੁਪਏ ਫੀਸ ਲੱਗਦੀ ਹੈ ਉੱਥੇ ਅਗਲਿਆਂ ਨੇ 150 ਕਰ ਦਿੱਤੀ। ਜਿਹੜੇ ਵਿਦਿਆਰਥੀ ਸਨ ਉਹਨਾਂ ਨੇ ਉਹ ਫੀਸ ਨੂੰ ਘਟਾਉਣ ਵਾਸਤੇ ਪ੍ਰੋਟੈਸਟ ਕੀਤਾ ਤੇ ਵਿੱਚ ਕੁਝ ਇਸ ਤਰ੍ਹਾਂ ਦੇ ਬੰਦੇ ਸੀ ਜਾਂ ਕਹਿ ਲਓ ਜ਼ਿਆਦਾ ਕਾਹਲੀ ਪੈਣ ਵਾਲੇ, ਜਿਹੜੇ ਆਪਣੇ ਆਪ ਨੂੰ ਪੇਸ਼ੈਂਸ ਨੂੰ ਕੰਟਰੋਲ ਨਹੀਂ ਰੱਖ ਸਕਦੇ। ਉਹਨਾਂ ਉਸ ਮੈਨੇਜਮੈਂਟ ਦੇ ਗਮਲੇ ਤੋੜ ਦਿੱਤੇ, ਜਿਹੜੇ ਫੁੱਲਾਂ ਦੇ ਗਮਲੇ ਸਨ ਉਹਨਾਂ ਨੇ ਭੰਨ ਦਿੱਤੇ, ਉਹਨਾਂ 'ਤੇ ਪਰਚਾ ਹੋ ਗਿਆ। ਫਿਰ ਉਹ ਜਿਹੜੀ ਗੱਲ ਸੀ ਕਿ ਫੀਸ ਮਾफ़ ਕੀਤੀ ਜਾਵੇ, ਫੀਸ ਘੱਟ ਕੀਤੀ ਜਾਵੇ, ਜਿਹੜਾ 100 ਸੀ 100 ਹੀ ਰਹਿਣ ਦਿੱਤਾ ਜਾਵੇ, ਉਤਲੇ 50 ਕੱਟੇ ਜਾਣ, ਅਸੀਂ ਨਹੀਂ ਦੇ ਸਕਦੇ। ਫਿਰ ਗੱਲ ਇੱਥੋਂ ਤੱਕ ਆ ਗਈ ਕਿ ਜਿਹੜੇ ਗਮਲੇ ਭੰਨੇ ਆ, ਜਿਨ੍ਹਾਂ ਬੰਦਿਆਂ 'ਤੇ ਪਰਚਾ ਹੋਇਆ, ਉਹਨਾਂ ਨੂੰ ਰੱਦ ਕੀਤਾ ਜਾਵੇ। ਸੋ ਗੱਲ ਆ ਕਿ ਇਹ ਬਹੁਤ ਸਰਕਾਰਾਂ ਦੇ ਟੈਕਟਿਕਸ ਹੁੰਦੇ ਆ ਕਿ ਉਹਨਾਂ ਨੂੰ ਗੱਲ ਨੂੰ ਉਲਝਾਉਣਾ ਵੀ ਹੁੰਦਾ, ਅਸੀਂ ਆਪ ਬਚ ਕੇ ਰਹਿਣਾ ਹੁੰਦਾ ਕਿ ਗੱਲ ਸਾਡੀ ਸਿੱਧਤ ਰਵੇ। ਸਾਡੇ ਜਿਹੜਾ ਮੁੱਖ ਜਿਹੜੀ ਗੱਲ ਨੂੰ ਲੈ ਕੇ ਚੱਲਦੇ ਆ ਕਿ ਉਹ ਕਾਨੂੰਨ ਜਿਹੜੇ ਆ ਰੱਦ ਹੋਣੇ ਚਾਹੀਦੇ ਆ। ਤੇ ਫਿਰ ਇਸ ਤੋਂ ਬਾਅਦ ਹੋਰ ਬਹੁਤ ਗੱਲਾਂ ਨੇ, ਲੋਕਾਂ ਨੇ ਇਸ ਗੱਲ ਨੂੰ ਅੱਗੇ ਹੋਰ ਤੋਰਨਾ ਵਾ, ਕਿਉਂਕਿ ਕਿਸਾਨੀ ਦੇ ਵਿੱਚ ਵਾਰ-ਵਾਰ ਇਹ ਗੱਲ ਆਉਂਦੀ ਆ ਕਿ ਖੇਤੀ ਜਿਹੜੀ ਆ ਲਾਹੇਵੰਦ ਧੰਦਾ ਨਹੀਂ ਰਹੀ। ਜਿਹੜੇ ਲੋਕ ਇੰਨੀ ਮਿਹਨਤ ਕਰਦੇ ਆ ਤੇ ਲੋਕਾਂ ਦਾ ਢਿੱਡ ਪਾਲਦੇ ਆ, ਤੇ ਜੇ ਉਹਦੇ ਨਾਲ ਧੱਕਾ ਹੁੰਦਾ, ਕਿਸਾਨ ਤਾਂ ਅੱਗੇ ਹੀ ਜਿਹੜਾ ਉੱਜੜ ਰਿਹਾ, ਜੋ ਉਹ ਮੁਨਾਫਾ ਜੋ ਉਹਨੂੰ ਚਾਹੀਦਾ ਸੀ ਉਹ ਨਹੀਂ, ਉਹਨੂੰ ਲਾਗਤ ਮੁੱਲ ਵੀ ਨਹੀਂ ਮਿਲ ਰਿਹਾ।
ਜਦੋਂ ਇਹ ਕੁਝ ਚੱਲ ਰਿਹਾ ਹੋਵੇ ਉੱਤੋਂ ਇਹੋ ਜਿਹੇ ਕਾਨੂੰਨ ਬਣ ਜਾਣ ਕਿ ਲੋਕਾਂ ਦੀਆਂ ਜ਼ਮੀਨਾਂ ਖੁੱਸਣ ਦਾ ਡਰ ਬਹਿ ਜੇ ਲੋਕਾਂ ਦੇ ਮਨਾਂ 'ਚ, ਤੇ ਫਿਰ ਇਹ ਜਿਹੜੇ ਤੌਰ ਤਰੀਕੇ ਬਿਲਕੁਲ ਗਲਤ ਨੇ। ਰਹੀ ਗੱਲ ਸਰਦਾਰ ਮਹਿੰਦਰ ਸਿੰਘ ਖਾਲਸਾ ਦੀ, ਮੈਂ ਉਹਨਾਂ ਨੂੰ ਬੜਾ ਚੰਗੀ ਤਰ੍ਹਾਂ ਜਾਣਦਾ, ਬੜੇ ਉਹ ਜ਼ਿੰਮੇਵਾਰ ਆਗੂ ਨੇ। ਜਿਸ ਤਰ੍ਹਾਂ ਦਾ ਇਹ ਕੇਸ, ਮੈਂ ਇਹ ਇਕੱਲਾ ਕੋਈ ਇੰਟਰਵਿਊ ਦੇ ਰੂਪ 'ਚ ਗੱਲ ਨਹੀਂ ਕਰ ਰਿਹਾ, ਇਹ ਇੱਦਾਂ ਵੀ ਕਰ ਰਿਹਾ ਕਿ ਜਿਹੜਾ ਕੁਝ ਉਹਨਾਂ ਨਾਲ ਹੋਇਆ ਉਹ ਬਿਲਕੁਲ ਗਲਤ ਆ। ਗਾਂ ਹੋਰਾਂ ਲੋਕਾਂ ਨਾਲ ਵੀ ਹੋਇਆ, 150 ਦੇ ਕਰੀਬ ਪੁਲਿਸ ਨੇ ਪਰਚੇ ਇਸ ਤੋਂ ਵਧੇਰੇ ਪਾਏ ਹੋਏ ਆ, ਤੇ ਲੋਕਾਂ ਨਾਲ ਲਗਾਤਾਰ ਜ਼ਬਰ ਜਾਰੀ ਆ। ਭਵਿੱਖ ਦੇ ਵਿੱਚ ਹੋਰ ਫਿਰ ਇਹ ਜਿਹੜੀ ਮੂਵਮੈਂਟ ਹੈ ਕਿਸਾਨੀ ਦੇ ਹੱਕ ਵਿੱਚ, ਉਹਦੇ ਵਿੱਚ ਉਹ ਕਿਵੇਂ ਅੱਗੇ ਚੱਲਣ ਦੀ ਤੁਹਾਡਾ ਪਲਾਨ ਹੈ ਇਸ ਨੂੰ? ਦੇਖੋ, ਜਿਸ ਤਰ੍ਹਾਂ ਕਿਸਾਨ ਅੰਦੋਲਨ ਜਿਹੜਾ ਸਿੰਘੂ ਬਾਰਡਰ ਤੇ ਚੱਲ ਰਿਹਾ, ਅਸੀਂ ਉਹਦੇ ਹੀ ਅਕੋਰਡਿੰਗਲੀ ਚੱਲਣਾ ਹੈ, ਉਹਦੇ ਹੀ ਅਕੋਰਡਿੰਗਲੀ ਚੱਲਦੇ ਆਏ ਹਾਂ। ਅਸੀਂ ਆਪਣਾ ਕੁਝ ਨਹੀਂ ਕ੍ਰੀਏਟ ਕਰਨਾ, ਕਿਉਂਕਿ ਅਸੀਂ ਉਹਨਾਂ ਲੋਕਾਂ ਨੂੰ ਸਪੋਰਟ ਕਰ ਰਹੇ ਹਾਂ, ਔਰ ਮਹਿੰਦਰ ਸਿੰਘ ਖਾਲਸਾ ਜੀ ਵੀ ਉਹਨਾਂ ਨੂੰ ਹੀ ਸਪੋਰਟ ਕਰ ਰਹੇ ਸਨ। ਅਸੀਂ ਉਹਨਾਂ ਦੀ ਹੀ ਆਵਾਜ਼ ਬਣ ਰਹੇ ਸਾਂ। ਜਿੱਥੇ ਜਿੱਥੇ ਸਾਡੀ ਜ਼ਰੂਰਤ ਹੋਏਗੀ, ਅਸੀਂ ਕੌਮ ਲਈ, ਆਪਣੇ ਹੱਕਾਂ ਲਈ, ਹਰ ਇਨਸਾਨ ਲਈ, ਆਵਾਮ ਲਈ ਖੜੇ ਹੋਣ ਨੂੰ ਤਿਆਰ ਹਾਂ। ਥੋੜ੍ਹਾ ਜਿਹਾ ਦੱਸ ਦਿਓ ਕਿ ਜਿਹੜਾ ਇੱਥੇ ਕੋਈ ਕਿਸਾਨ ਮੂਵਮੈਂਟ ਫਰੰਟ ਬਣਾਈ ਗਈ, ਯੂਨਾਈਟਿਡ ਕਿਸਾਨ ਫਰੰਟ ਬਣਾਇਆ ਗਿਆ, ਇਹ ਕਿਵੇਂ ਹੋਂਦ 'ਚ ਆਇਆ? ਕਿੰਨੇ ਕੁ ਮੈਂਬਰਸ ਨੇ ਤੇ ਕਿੱਦਾਂ ਦਾ ਸਪੋਰਟ ਚੱਲ ਰਹੀ ਹੈ? ਇਹਦੇ ਵਿੱਚ 11 ਮੈਂਬਰੀ ਕਮੇਟੀ ਹੈ, ਜਿਹਦੇ ਵਿੱਚ ਸਰਦਾਰ ਮਹਿੰਦਰ ਸਿੰਘ ਖਾਲਸਾ ਜੀ ਚੇਅਰਮੈਨ ਨੇ, ਮੈਂ ਉਹਨਾਂ ਦੀ ਮੈਂਬਰ ਹਾਂ, 10 ਮੈਂਬਰ ਹੋਰ ਹਨ ਉਹਨਾਂ ਦੇ, ਔਰ ਬੜੀ ਇੱਕ ਪੀਸਫੁਲੀ, ਸਮਝਦਾਰੀ ਨਾਲ, ਆਪਸ ਵਿੱਚ ਕੰਸੈਂਟ ਲੈ ਕੇ ਜੋ ਵੀ ਡਿਸੀਜਨ ਅਸੀਂ ਲੈਂਦੇ ਹਾਂ, ਆਪਸ ਵਿੱਚ ਰਜ਼ਾਮੰਦੀ ਨਾਲ, ਇੱਕ ਦੂਏ ਦੀ ਰਾਏ ਨਾਲ ਲੈ ਕੇ ਚੱਲਦੇ ਹਾਂ, ਔਰ ਅਸੀਂ ਇਸ ਚੀਜ਼ ਨੂੰ ਕਾਮਯਾਬ ਬਣਾਉਣਾ ਹੈ। ਇਹ ਕਾਮਯਾਬ ਬਣਨਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਅੱਗੇ ਜਾ ਕੇ ਆਵਾਜ਼ ਬਣਨਾ ਹੈ, ਔਰ ਬਣੀ ਵੀ ਹੋਈ ਹੈ। ਜਦੋਂ ਵੀ ਸਾਡੇ ਨਾਲ ਕਿਤੇ ਧੱਕਾ ਜਾਂ ਗਲਤ ਹੋਏਗਾ ਤੇ ਅਸੀਂ ਉਹਦੇ ਖਿਲਾਫ ਲੜਾਈ ਇਕਜੁੱਟ ਹੋ ਕੇ ਲੜਨੀ। ਜੀ, ਤੁਸੀਂ ਗੱਲਬਾਤ ਕੀਤੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਸੋ ਇਹ ਜਿਹੜੇ ਬੀਬੀ ਗੁਰਮੀਤ ਸਿੰਘ ਹੁਣਾਂ ਨੇ ਗੱਲਬਾਤ ਸਾਡੇ ਨਾਲ ਕੀਤੀ ਆ ਕਿਸਾਨੀ ਦੇ ਬਾਰੇ, ਤੇ ਇੱਕ ਗੱਲ ਹੋਰ ਵੇਖਣ ਚਾਹੁੰਦੀ ਆ ਕਿ ਬੇਸ਼ੱਕ ਮੈਂ ਉਹਨਾਂ ਦਾ ਧੰਨਵਾਦ ਪਹਿਲਾਂ ਕਰ ਚੁੱਕਾ, ਪਰ ਜੰਮੂ ਕਸ਼ਮੀਰ ਇਲਾਕਾ ਵਾ, ਇਹਦੇ ਵਿੱਚ ਕਿਸਾਨੀ ਦੀ ਗੱਲ ਉਸ ਤਰੀਕੇ ਨਾਲ ਪਹਿਲਾਂ ਨਹੀਂ ਉੱਠੀ, ਪਰ ਮੌਜੂਦਾ ਸੰਘਰਸ਼ ਜਿਹੜਾ ਕਿਸਾਨੀ ਦਾ ਆਇਆ ਉਹਦੇ ਕਰਕੇ ਇਹ ਗੱਲ ਉੱਤੇ ਆਈ ਆ, ਤੇ ਆਸ ਕਰਦੇ ਹਾਂ ਕਿ ਇਸ ਦੀ ਲਗਾਤਾਰਤਾ ਰਹੂਗੀ। ਤੇ ਦੂਸਰੀ ਗੱਲ ਇਹਨਾਂ ਤੋਂ ਇਹ ਸਿੱਖਣ ਨੂੰ ਮਿਲਦੀ ਆ, ਜੰਮੂ ਦੇ ਜਿਹੜੀ ਸਿੱਖ ਹੋਣ ਆਗੂ, ਬੇਸ਼ੱਕ ਬਹੁਤਾਤ ਵਿੱਚ ਸਿੱਖ ਹੀ ਨੇ, ਸਿੱਖਾਂ ਤੋਂ ਇਹ ਇੱਥੋਂ ਦਿਆਂ ਨੂੰ ਸਿੱਖਣ ਦੀ ਇਹ ਗੱਲ ਮਿਲਦੀ ਆ ਕਿ ਇਹ ਬੜੀ ਆਪਸ ਦੇ ਵਿੱਚ ਰਜ਼ਾਮੰਦੀ ਦੇ ਨਾਲ, ਇੱਕ ਏਕੇ ਦੇ ਨਾਲ ਇਕੱਠੇ ਚੱਲਦੇ ਆ। ਇਹ ਗੱਲ ਪੰਜਾਬ ਵਾਲੇ, ਜਿੱਥੋਂ ਦਾ ਮੈਂ ਵਾਸੀ ਹਾਂ, ਉਹਨਾਂ ਨੂੰ ਇਸ ਗੱਲ 'ਤੇ ਗੌਰ ਕਰਨਾ ਚਾਹੀਦਾ ਕਿ ਬੇਸ਼ੱਕ ਤੁਹਾਡੀਆਂ ਵਿਚਾਰਧਾਰਾਵਾਂ ਵੱਖ-ਵੱਖ ਹੋਣ, ਤੁਸੀਂ ਫਿਰ ਵੀ ਇਕੱਠੇ ਚੱਲ ਸਕਦੇ ਹੋ। ਤੇ ਇਸ ਗੱਲਬਾਤ ਲਈ ਮੈਂ ਤੁਹਾਡਾ ਦੋਹਰੇ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।